ਉਹਦੀ ਆਪਣੀ ਸੋਚ ਹੈ ਕਿ ਵੀ ਇਹ ਉਹਦਾ ਤਰੱਕੀ ਦਾ ਰਸਤਾ ਹੀ ਆ, ਉਹ ਸ਼ਾਰਟਕਟ ਬਣਾ ਰਿਹਾ ਵਾ। ਜੇਕਰ ਉਹ ਬੰਦਾ ਕਹਿੰਦਾ ਕਿ ਜੀ ਮੈਂ ਆਪਣੇ ਆਪ ਨੂੰ ਕਾਮਯਾਬ ਦੇਖਣਾ ਚਾਹੁੰਦਾ, ਮੈਂ ਜੀ ਫਿਰ ਦੂਸਰਾ ਫੈਕਟਰ ਆ ਜਾਂਦਾ ਪੜ੍ਹਾਈ, ਕਿ ਜੀ ਬਾਹਰ ਦੇ ਮੁਲਕਾਂ 'ਚ ਪੜ੍ਹਾਈ ਬਹੁਤ ਵਧੀਆ ਵਾ। ਮੈਂ ਇੱਕ ਚੀਜ਼ ਸਾਰਿਆਂ ਨੂੰ ਕਹਿਣਾ ਚਾਹੁੰਦਾ, ਥੋੜਾ ਜਿਹਾ ਐਨਾਲਿਸਿਸ ਵੱਲ ਧਿਆਨ ਦੇ ਕੇ ਦੇਖੀਏ ਕਿ 65% ਜੇਕਰ ਆਪਾਂ ਆਪਣੇ ਹਿੰਦੁਸਤਾਨ ਦੀ ਐਜੂਕੇਸ਼ਨ ਦੀ ਗੱਲ ਕਰ ਲਈਏ, ਇੰਡੀਆ ਗॉट वन ऑफ द बेस्ट ਐਜੂਕੇਸ਼ਨ ਇੰਸਟੀਟਿਊਸ਼ਨਸ ਇਨ ਦ ਵਰਲਡ, ਥਰੂ ਆਊਟ ਦ ਵਰਲਡ। ਕਿ ਵੀ ਜੇਕਰ ਅਸੀਂ ਗੱਲ ਕਰੀਏ ਸਾਇੰਟਿਸਟ ਦੀ, 65% ਸਾਇੰਟਿਸਟ ਸਾਡੇ ਇੰਡੀਅਨਸ ਹੈ। ਇੰਜੀਨੀਅਰਸ ਦੀ ਗੱਲ ਕਰ ਲਈਏ, 58% ਇੰਜੀਨੀਅਰਸ ਥਰੂ ਆਊਟ ਦ ਵਰਲਡ ਸਾਡੇ ਇੰਡੀਅਨਸ ਹੈਗੇ। ਇੰਸਟੀਟਿਊਟ ਦੀ ਗੱਲ ਕਰ ਲਈਏ ਕਿ ਵੀ वन ऑफ द बेस्ट ਇੰਸਟੀਟਿਊਟ ਸਾਡੇ ਕੋਲ ਹੈ। ਹਾਂ, ਕੁਆਲਿਟੀ ਐਜੂਕੇਸ਼ਨ ਹੈ, ਇੰਟਰਨੈਸ਼ਨਲ ਸਟੈਂਡਰਡ ਜਿਹੜੇ ਉਹ ਹੁਣ ਬਣਨੇ ਸ਼ੁਰੂ ਹੋ ਚੁੱਕੇ ਹੋਏ ਹੈ। ਬਟ ਹਾਂ, ਇੱਕ ਹੁੰਦਾ ਹੈ ਕਿ ਬੱਚਾ ਬਾਹਰ ਜਾ ਰਿਹਾ, ਉਹ ਕਹਿੰਦਾ ਜੀ ਮੈਂ ਪੜ੍ਹਾਈ ਕਰਨੀ ਹੈ, ਬੱਚਾ ਕਹਿੰਦਾ ਮੈਂ ਪੜ੍ਹਾਈ ਕਰਨੀ ਹੈ। ਚੀਜ਼ ਇੱਕ ਸਵਾਲ ਪੁੱਛਣਾ ਚਾਹੂੰਗਾ, ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਹੈ ਕਿ 65% ਹੈ, ਹਾਂ ਇਹਨੂੰ ਮੈਨੂੰ ਕੰਪਲੀਟ ਕਰ ਲੈਣ ਦਿਓ। ਬਹੁਤ ਵਧੀਆ ਪੁਆਇੰਟ ਹੈਗਾ। ਹਾਂਜੀ, ਕਿ ਤੁਸੀਂ ਗੱਲ ਕੀਤੀ ਕਿ 65% ਪੜ੍ਹਾਈ ਜਿਹੜੀ ਹੈਗੀ ਹੈ, ਸਾਡਾ ਜਿਹੜਾ ਵਿਦਿਆਰਥੀ ਪੜ੍ਹਦਾ ਵੱਖ-ਵੱਖ ਵਰਗਾਂ ਦੇ ਵਿੱਚ ਕਾਮਯਾਬ ਹੋਇਆ ਹੈਗਾ। ਪਰ ਜਿਹੜਾ ਸਵਾਲ ਇਹ ਪੈਦਾ ਹੁੰਦਾ ਕਿ ਵਿਦਿਆਰਥੀ ਦਾ ਜਿਹੜਾ ਲਾਲਚ ਹੈ, ਇਹਨਾਂ ਦੇ ਪੁਆਇੰਟ ਨਾਲ ਰੋਹਿਤ ਜੀ ਆ ਰਾਹੀ ਜਿਨ੍ਹਾਂ ਦੇ ਨਾਲ ਜੋੜਨਾ ਚਾਹੂੰਗਾ, ਰਿਸ਼ਤੇਦਾਰੀ ਦੇ ਕਾਮਯਾਬ ਹੋਣ ਦਾ ਕਾਰਨ, ਸਭ ਤੋਂ ਵੱਡਾ ਖਿੱਚ ਦਾ ਕਾਰਨ ਵੀ ਰਿਹਾ ਇੱਕ ਚੀਜ਼, ਇਹ ਸ਼ਾਇਦ ਅਸੀਂ ਮੁਨਕਰ ਨਹੀਂ ਹੋ ਸਕਦੇ ਇਸ ਚੀਜ਼ ਤੋਂ। ਦੂਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੇ ਸਭ ਤੋਂ ਜ਼ਿਆਦਾ ਪੜ੍ਹਦੇ ਨੇ ਲੋਕ, ਬਟ ਸਵਾਲ ਤਾਂ ਪੈਦਾ ਹੁੰਦਾ ਕਿ ਰੋਜ਼ਗਾਰ ਕਿੰਨਾ ਮੁਹੱਈਆ ਹੁੰਦਾ। ਮੈਂ ਉਹ ਤਿਆਰ ਲਗਾਵਾਂ, ਮੈਂ ਇਹ ਕਹਿ ਰਿਹਾ ਕਿ ਜਿੱਥੇ ਅਸੀਂ ਬੈਸਟ ਕੋਰਸ ਕਰਨਾ ਇੱਕ ਵੱਖਰੀ ਗੱਲ ਹੈ, ਕੁਆਲਿਟੀ ਐਜੂਕੇਸ਼ਨ ਲੈਣੀ ਇੱਕ ਵੱਖਰੀ ਗੱਲ ਹੈ, ਉਹਦਾ ਮੁੱਲ ਮੁੜਦਾ ਨਹੀਂ ਮੁੜਦਾ। ਮੈਂ ਹਾਂ ਉਹਦੇ ਉੱਤੇ ਆ ਰਿਹਾ ਵਾਂ ਕਿ ਮੈਂ ਇਸੇ ਕਰਕੇ ਕਹਿੰਦਾ ਕਿ ਜਿਹਦਾ ਦੂਸਰਾ ਫੈਕਟਰ ਆ ਜਾਂਦਾ, ਬੱਚਾ ਕਹਿੰਦਾ ਜੀ ਮੈਨੂੰ ਪੜ੍ਹਾਈ ਕਰਨੀ, ਮੇਰਾ ਜੀ ਬੱਚਾ ਹੈ, ਮੈਂ ਬਾਹਰ ਜਾਣਾ ਹੈ, ਜਾਂ ਮੈਂ ਆਪਣੇ ਬੇਟੇ ਨੂੰ ਬਾਹਰ ਭੇਜ ਰਿਹਾ, ਜਾਂ ਆਪਣੇ ਛੋਟੇ ਭਰਾ ਨੂੰ ਭੇਜ ਰਿਹਾ, ਜਾਂ ਕੋਈ ਕਲਾਇੰਟ ਮੇਰੇ ਕੋਲ ਆ ਰਿਹਾ, ਇਹ ਉਹ ਬਾਹਰ ਜਾ ਰਿਹਾ, ਉਹਦਾ ਜੇਕਰ ਵਿਜ਼ਨ ਕਲੀਅਰ ਹੈ, ਕਾਮਯਾਬ ਕੌਣ ਲੋਕ ਹੁੰਦੇ ਆ ਬਾਹਰ ਜਾ ਕੇ, ਮੈਂ ਇੱਥੋਂ ਬਾਹਰ ਜਾ ਰਿਹਾ, ਮੈਂ ਕਿਉਂ ਬਾਹਰ ਜਾ ਰਿਹਾ, ਉਸ ਕਿਉਂ ਦੀ ਵਜ੍ਹਾ ਉਸ ਬੰਦੇ ਕੋਲ ਹੋਣੀ ਚਾਹੀਦੀ ਹੈ, ਪਹਿਲੀ ਚੀਜ਼। ਦੂਸਰੀ ਚੀਜ਼ ਜਿਹੜਾ ਇਹਦੇ ਵਿੱਚ ਰੋਹਿਤ ਦੀ ਇੱਕ ਸਟੇਟਮੈਂਟ ਨੂੰ ਅਟੈਚ ਕਰਨੀ ਚਾਹਾਂਗਾ ਕਿ ਜੀ ਉੱਥੇ ਰਿਸ਼ਤੇਦਾਰ ਹੈ, ਤੁਸੀਂ ਵੀ ਕਹਿ ਰਹੇ ਹੋ ਕਿ ਰਿਸ਼ਤੇਦਾਰਾਂ ਦੀ ਐਗਜ਼ਿਸਟੈਂਸ ਇੰਨੀ ਜ਼ਿਆਦਾ ਮਾਇਨੇ ਨਹੀਂ ਰੱਖ ਰਹੀ ਜਿੰਨੀ ਉਹਦੀ ਕਾਮਯਾਬੀ ਰੱਖਦੀ, ਔਰ ਉਹਦੇ ਪਿੱਛੇ ਕਿਤੇ ਨਾ ਕਿਤੇ ਵਜ੍ਹਾ ਹੁੰਦੀ ਹੈ, ਕੋਈ ਨਾ ਕੋਈ ਇੱਕ ਵਜ੍ਹਾ ਹੁੰਦੀ ਹੈ। ਉਹ ਬੰਦਾ ਆਮ ਤੌਰ ਦੇ ਉੱਤੇ ਟਾਈਮ ਜਦੋਂ ਚੱਲਦਾ ਰਹਿੰਦਾ ਭੁੱਲ ਜਾਂਦਾ। ਬਾਹਰ ਜਾਣਾ, ਬਾਹਰ ਜਾਣ ਦੀ ਵਜ੍ਹਾ ਕੀ ਹੈ, ਇੱਥੇ ਕਿਹੜੀ ਚੀਜ਼ ਹੈ, ਕੀ ਪ੍ਰੋਬਲਮ ਹੈ ਇੱਥੇ, ਜਿਹੜਾ ਇੱਥੋਂ ਛੱਡ ਕੇ ਬਾਹਰ ਜਾ ਰਿਹਾ, ਉਸ ਚੀਜ਼ ਨੂੰ ਫੜ ਕੇ ਰੱਖਣਾ। ਦੂਸਰੀ ਚੀਜ਼, ਬਾਹਰ ਜਾ ਕੇ ਮੈਂ ਕਰਾਂਗਾ ਕੀ, ਮੈਂ ਕਿਹਦੇ ਵੀਜ਼ੇ ਦੇ ਉੱਤੇ ਬਾਹਰ ਜਾਣ ਦੀ ਗੱਲ ਕਰ ਰਿਹਾ, ਮੈਂ ਸਿਰਫ ਬਾਹਰ ਕੰਮ ਕਰਨ ਲਈ ਜਾ ਰਿਹਾ ਜਾਂ ਮੈਂ ਬਾਹਰ ਪੜ੍ਹਾਈ ਲਈ ਜਾ ਰਿਹਾ। ਜੇ ਮੈਂ ਪੜ੍ਹਾਈ ਲਈ ਜਾ ਰਿਹਾ ਹਾਂ ਤੇ ਠੀਕ ਹੈ, ਮੈਂ ਕਿਹੜਾ ਕੋਰਸ ਕਰਨ ਲਈ ਜਾ ਰਿਹਾ ਹਾਂ, ਮੈਂ ਇੱਥੇ ਕੀ ਪੜ੍ਹਾਈ ਕੀਤੀ ਹੈ, ਜਾਂ ਇੱਦਾਂ ਦੀ ਕਿਹੜੀ ਚੀਜ਼ ਹੈ ਕਿ ਜਿਹੜੀ ਕਿ ਮੈਨੂੰ ਪਤਾ ਕਿ ਮੈਂ ਉਹ 'ਚ ਬਹੁਤ ਜ਼ਿਆਦਾ ਇੰਟੈਲੀਜੈਂਟ ਹਾਂ, ਮੈਨੂੰ ਉਹਦੇ 'ਚ ਜੇਕਰ ਇੱਕ ਬ੍ਰੇਕ ਮਿਲ ਜੇ, ਇੱਕ ਪ੍ਰੋਫੈਸ਼ਨਲ ਡਿਗਰੀ ਮੇਰੇ CV 'ਚ ਜਾਂ ਮੇਰੇ ਦਿਮਾਗ 'ਚ ਐਡ ਆਨ ਹੋ ਜੇ, ਤੇ ਮੈਂ ਬਹੁਤ ਜ਼ਿਆਦਾ ਆਪਣੀ ਤਰੱਕੀ ਕਰ ਸਕਦਾ, ਜ਼ਿੰਦਗੀ 'ਚ ਬਹੁਤ ਅੱਗੇ ਲੰਘ ਸਕਦਾ। ਤੀਸਰਾ ਆ ਜਾਂਦਾ ਮੈਂ ਕਿਹੜੀ ਜਗ੍ਹਾ ਦੇ ਉੱਤੇ ਜਾਣਾ ਗਾ, ਉਹਦਾ ਕੰਪੈਰੀਜ਼ਨ ਜੇਕਰ ਆਪਾਂ ਵੱਡੀਆਂ ਸਾਰੀਆਂ ਕੰਟਰੀਜ਼ ਲਗਾ ਲਈਏ, USA, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਐਂਡ UK, ਸਾਰਿਆਂ ਦੇ ਨਾਲ ਜੇਕਰ ਮੈਂ ਉਹਦਾ ਕੰਪੈਰੀਜ਼ਨ ਕਰ ਲਾਂ ਕਿ ਵੀ ਮੇਰੀਆਂ ਇਹ ਕੰਟਰੀਆਂ ਦੇ ਹੈਗੇ ਆ, ਜੇਕਰ ਮੈਂ USA ਜਾਣਾ, ਮੇਰਾ ਕੋਰਸ ਖਤਮ ਹੋਣ ਤੋਂ ਬਾਅਦ ਮੈਨੂੰ ਕਿਸ ਤਰੀਕੇ ਦੀ ਜੌਬ ਮਿਲੇਗੀ, ਮੈਂ ਜਿਹੜੀ ਯੂਨੀਵਰਸਿਟੀ 'ਚ ਜਾ ਰਿਹਾ ਉਹਨਾਂ ਦੀ ਗ੍ਰੈਜੂਏਟ ਇੰਪਲੋਇਮੈਂਟ ਰੇਸ਼ੋ ਕੀ ਹੈ, ਉਹਨਾਂ ਦਾ ਕੀ ਰੇਟਿੰਗ ਆਉਂਦੀ ਹੈ ਵਰਲਡ ਵਾਈਡ। ਜੇ ਮੈਂ ਕੈਨੇਡਾ ਜਾ ਰਿਹਾ, ਕੈਨੇਡਾ 'ਚ ਕੀ ਮੈਨੂੰ ਡਿਗਰੀ ਮਿਲੂਗੀ ਜਾਂ ਮੈਨੂੰ ਡਿਪਲੋਮਾ ਮਿਲੂਗਾ। ਜੇ ਮੈਂ ਨਿਊਜ਼ੀਲੈਂਡ ਜਾ ਰਿਹਾ, ਕਿ ਮੈਨੂੰ ਉੱਥੇ ਆਪਣਾ ਡਿਗਰੀ ਮਿਲੂਗੀ ਕਿ ਮੈਨੂੰ ਡਿਪਲੋਮਾ ਮਿਲੇਗਾ। ਆਸਟ੍ਰੇਲੀਆ ਜਾ ਰਿਹਾ, ਡਿਗਰੀ ਲਈ ਜਾ ਰਿਹਾ ਜਾਂ ਡਿਪਲੋਮੇ ਲਈ ਜਾ ਰਿਹਾ। ਪਰ ਤਾਂ ਗੁਰਦਰ ਜੀ ਅਗਲਾ ਸਟੈਪ ਆ ਗਿਆ ਨਾ, ਹਾਂ ਇਹ ਤਾਂ ਸੈਕੰਡ ਸਟੈਪ ਹੈ। ਇਹ ਕੋਰਸ ਸਿਲੈਕਸ਼ਨ ਐਂਡ ਕੰਟਰੀ ਸਿਲੈਕਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ। ਉਹਦੇ ਬਾਅਦ ਚੋਂ ਆ ਜਾਂਦਾ ਕਿ ਵੀ ਜੇਕਰ ਜਦੋਂ ਮੈਂ ਆਪਣਾ ਕੋਰਸ ਉੱਤੇ ਸਿਲੈਕਟ ਕਰ ਲਿਆ, ਕੰਟਰੀ ਦੀ ਚੋਇਸ ਸੀ ਕਿ ਵੀ ਮੈਂ ਕਿਹੜੀ ਕੰਟਰੀ ਜਾ ਕੇ ਕਰਾਂ, ਉਹ ਰਿਸ਼ਤੇਦਾਰ ਹੈ ਉੱਥੇ, ਇਸ ਕਰਕੇ ਉੱਥੇ ਜਾ ਰਿਹਾ ਕਿਉਂਕਿ ਮੈਂ ਐਲੀਜੀਬਲ ਵੀ ਨਹੀਂ ਹੈ, ਫਿਰ ਵੀ ਮੈਂ ਉਧਰ ਨੂੰ ਜਾਣ ਦੀ ਕੋਸ਼ਿਸ਼ ਕਰ ਰਿਹਾ, ਔਰ ਮੇਰੀ ਐਪਲੀਕੇਸ਼ਨ ਰਿਜੈਕਟ ਹੋ ਰਹੀ ਹੈ ਕਿਉਂਕਿ ਮੈਂ ਆਪ ਏਜੰਟ ਨੂੰ ਕਹਿ ਰਿਹਾ ਕਿ ਮੇਰਾ ਯਾਰ ਕੋਈ ਜੁਗਾੜ ਲਾ ਦੇ, ਮੇਰਾ ਮਾਮਾ ਉੱਥੇ ਰਹਿੰਦਾ, ਮੇਰਾ ਅੰਕਲ ਉੱਥੇ। ਐਗਜ਼ਾਮਪਲ ਸ਼ਾਮਲ ਹੁੰਦੀ ਹੈ ਕਿ ਰਿਸ਼ਤੇਦਾਰ ਸਾਡੇ ਸਿੰਗਾਪੁਰ ਕਿੰਨੇ ਅਸੀਂ ਫਿਰ ਵੀ ਜਾਂਦੇ ਹਾਂ, ਫਿਰ ਵੀ ਜਾਂਦੇ ਹਾਂ। ਬਿਲਕੁਲ, ਇੱਥੇ ਜਿਹੜਾ ਫੈਕਟਰ ਹੈ ਤੁਹਾਡੇ ਕਿੰਨਾ ਦੇ ਨਾਲ ਪਤਾ ਲੱਗ ਰਿਹਾ ਕਿ ਮੈਂ ਹੋਰ ਕਿਸੇ ਨਹੀਂ ਜਾ ਸਕਦਾ, ਇਹ ਫੈਕਟਰ ਬਹੁਤ ਵੱਡਾ ਕਾਊਂਟ ਕਰ ਰਿਹਾ ਪੰਜਾਬ ਦੇ ਵਿੱਚ, ਬਹੁਤ ਵੱਡਾ ਫੈਕਟਰ ਕਾਊਂਟ ਕਰ ਰਿਹਾ। ਰੋਜੀ ਤੁਹਾਡੇ ਵੱਲ ਮੈਂ ਆਉਣਾ ਚਾਹੂੰਗਾ, ਤੁਸੀਂ ਇੱਕ ਮੁੱਦਾ ਉਠਾਇਆ ਸੀ ਕਿ ਰਿਸ਼ਤੇਦਾਰ, ਉਸ ਤੋਂ ਬਾਅਦ ਕਾਲਜ ਕੋਰਸ, ਉਸ ਤੋਂ ਅਗਲੇ ਜਿਹੜੇ ਪੁਆਇੰਟ ਸੀਗੇ ਰਾਹੀ ਜੀ ਨੇ ਉਹ ਲਿਖੇ ਸੀ ਕਿ ਵੀਜ਼ਾ ਕਿੱਥੇ ਸਕਸੈਸ ਰੇਟ ਹੈ, ਪੈਸਾ ਕਿੱਥੇ ਬਣਦਾ ਹੈ, PR ਕਿੱਥੇ ਹੈ, ਖਰਚਾ ਕਿੱਥੇ ਹੈ। ਅਗਲੇ ਪੁਆਇੰਟ ਜਿਹੜੇ ਗੁਰਿੰਦਰ ਜੀ ਨੇ ਗੱਲ ਕੀਤੀ ਹੈ ਉਹ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਢੰਗ ਦੇ ਨਾਲ ਹਰ ਪਰਸਨਲ ਤੌਰ ਤੇ ਸਟੂਡੈਂਟਸ ਵਜੋਂ ਇੰਪਲੀਮੈਂਟ ਹੁੰਦੇ ਨੇ। ਮੁੱਦਾ ਹੁਣ ਇਹ ਆ ਜਾਂਦਾ ਕਿ ਐਗਜ਼ਾਮਪਲ ਅੱਜ ਅਸੀਂ ਆਸਟ੍ਰੇਲੀਆ ਦੀ ਲੈ ਲਈਏ, ਵੱਖ-ਵੱਖ ਇਮੀਗ੍ਰੇਸ਼ਨ ਏਜੰਟਸ, ਕੰਸਲਟੈਂਟਸ ਨੂੰ ਪ੍ਰਮੋਟ ਕਰਦੇ ਨੇ। ਪਿਛਲੇ ਸ਼ੋਅ 'ਚ ਆਪਾਂ ਵੀ ਗੱਲ ਕੀਤੀ ਸੀ, 5 ਬੈਂਡ ਨਾਲ ਚੱਲੋ, ਗੈਪ ਐਕਸੈਪਟੇਬਲ ਹੈ। ਅਸੀਂ ਤੁਹਾਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰੋਫੈਸ਼ਨਲ ਸਰਵਿਸ ਦੇਣ ਦੀ ਬਜਾਏ। ਜਿਹੜੀ ਤੁਸੀਂ ਗੱਲਾਂ ਕੀਤੀਆਂ ਉਹ ਹੁਣ ਇਸ ਪਾਰਟ ਦੇ ਉੱਪਰ ਆ ਰਹੀਆਂ ਨੇ। ਐਗਜ਼ਾਮਪਲ ਆ ਗਈ ਕਿ ਉਹਦਾ ਕੋਈ ਵੀ ਨਹੀਂ ਹੈ ਆਸਟ੍ਰੇਲੀਆ 'ਚ, ਬਟ ਉਹਨੂੰ ਇਨਫਲੂਐਂਸ ਹੋਇਆ, ਉਹਨੂੰ ਮਾਰਕੀਟ 'ਚੋਂ ਪਤਾ ਲੱਗਦਾ ਕਿ ਵੀਜ਼ਾ ਸਕਸੈਸ ਰੇਟ ਹੈ, ਜਿਹੜੀ ਰਾਹੀ ਜੀ ਨੇ ਗੱਲ ਕੀਤੀ ਹੈ, ਪੈਸਾ ਬਹੁਤ ਹੈ, ਉਹ ਜਾਂਦਾ। ਤੀਜਾ ਜਿਹੜਾ ਪੁਆਇੰਟ ਜਿਹੜਾ ਗੁਰਿੰਦਰ ਜੀ ਨੇ ਗੱਲ ਕੀਤੀ ਹੈ, ਬਾਏ ਹੁੱਕ ਬਾਏ ਕਰੁੱਕ ਜਾਣਾ ਚਾਹੁੰਦਾ, ਧੱਕਾ ਕਰਦਾ ਉਸ ਚੀਜ਼ ਦੇ ਨਾਲ।
ਅੱਜ ਇਸ ਚੀਜ਼ ਨੂੰ ਮੈਂ ਥੋੜਾ ਜਿਹਾ ਪ੍ਰਮੋਟ ਕਰਨਾ ਚਾਹੂੰਗਾ। ਆਸਟ੍ਰੇਲੀਆ ਦੇ ਵਿੱਚ ਜਿਹੜਾ ਵਿਦਿਆਰਥੀ ਇਸ ਟਾਈਮ ਜਾ ਰਿਹਾ, ਉਹ ਮੁੱਦਾ 2 ਮਿੰਟ ਲਈ ਅਸੀਂ ਡ੍ਰੌਪ ਕਰ ਦਈਏ। ਠੀਕ ਹੈ, ਤੁਹਾਨੂੰ ਕੀ ਲੱਗਦਾ ਕਿ ਉਹ ਵਿਦਿਆਰਥੀ ਪੜ੍ਹਾਈ ਦੇ ਬਿਨਾਂ ਤੇ ਜਾ ਰਿਹਾ, ਜਿਹੜੀ ਗੁਰਿੰਦਰ ਜੀ ਨੇ ਗੱਲ ਕੀਤੀ ਕਿ ਐਜੂਕੇਸ਼ਨ ਹੈ, ਉਹਦਾ ਸੱਚੇ ਮਨ ਤੋਂ ਐਜੂਕੇਸ਼ਨ ਕਰਨ ਜਾ ਰਿਹਾ, ਜਾਂ ਉਹ ਲੱਗਦਾ ਤੁਹਾਨੂੰ ਕਿ ਉੱਥੇ ਜਾ ਕੇ ਉਹ ਪਾਸ ਹੋਊਗਾ, ਇਸ ਇੰਨੀ ਕੈਪੇਬਿਲਿਟੀ ਰੱਖਦਾ ਕਿ 5 ਬੈਂਡ ਵਾਲਾ 5.5 ਬੈਂਡ ਵਾਲਾ, ਕਿ ਹਾਂ ਉਹ ਪੱਕੇ ਹੋਣਗੇ ਜਦ ਬਰੰਗ ਚਿੱਠੀ ਵਾਂਗੂ 2015-16 ਚ ਵਾਪਸੀਆਂ ਹੋਣੀਆਂ ਸ਼ੁਰੂ ਹੋਣੀਆਂ? ਦੇਖੋ ਆਸਟ੍ਰੇਲੀਆ ਜਿਹੜਾ ਇੱਕ ਐਜ਼ ਅ ਐਜੂਕੇਸ਼ਨ ਡੈਸਟੀਨੇਸ਼ਨ ਪਿਛਲੇ 7-8 ਸਾਲਾਂ ਤੋਂ ਚੱਲਿਆ ਆ ਰਿਹਾ। 7-8 ਸਾਲਾਂ ਤੋਂ ਬੱਚੇ ਉੱਥੇ ਗਏ ਨੇ ਤੇ ਕਈ ਸਕਸੈਸ ਸਟੋਰੀਜ਼ ਵੀ ਬਣੀਆਂ ਨੇ, ਕਿਉਂਕਿ ਪਹਿਲਾਂ ਐਜੂਕੇਸ਼ਨ ਸਿਸਟਮ ਇਮੀਗ੍ਰੇਸ਼ਨ ਨਾਲ ਲਿੰਕ ਹੁੰਦਾ ਸੀਗਾ, ਬੱਚਾ ਪੜ੍ਹ ਕੇ ਇਮੀਗ੍ਰੇਸ਼ਨ ਲਈ ਫਾਈਲ ਕਰਦਾ ਸੀ ਤੇ ਕਈ ਪੱਕੇ ਵੀ ਹੋਏ ਆ। ਆਪਾਂ ਇੱਕ ਨਾਰਮਲ ਏਜ ਲਈਏ, ਇੱਥੇ ਬੱਚਾ ਇੱਥੇ 12ਵੀਂ 17-18 ਸਾਲ ਚ ਕਰਦਾ ਜੀ। ਉਸ ਤੋਂ ਬਾਅਦ ਆਸਟ੍ਰੇਲੀਆ 2 ਜਾਂ 3 ਸਾਲ ਦਾ ਡਿਗਰੀ ਕਰੇ, ਅੱਗੇ ਜਿਹੜਾ ਸਿਸਟਮ ਬਣਿਆ ਹੈ PR ਦਾ, ਉਹਦੇ ਕੋਲ ਪੂਰੀ ਓਪਰਚੁਨਿਟੀ ਹੈ ਬਾਈ ਏਜ ਆਫ 23-24 ਉੱਥੇ ਪੱਕਾ ਹੋ ਸਕਦਾ ਹੈ। ਮਤਲਬ ਆਉਣ ਵਾਲਾ ਆਪਣਾ ਜਿਹੜਾ ਵਰਕਿੰਗ ਏਜ ਹੈ 36 ਸਾਲਾਂ ਦੀ, ਉਸ ਪਾਰਟਿਕੂਲਰ ਕੰਟਰੀ ਨੂੰ ਦੇ ਸਕਦਾ ਹੈਗਾ। ਤਾਂ ਬਹੁਤ ਸਾਰੀਆਂ ਸਕਸੈਸ ਸਟੋਰੀਜ਼ ਜਿਹੜਾ ਆਸਟ੍ਰੇਲੀਆ ਨੂੰ ਬੈਕਅਪ ਕਰਦੀਆਂ ਨੇ। ਇਹ ਇੱਕ ਕਾਰਨ ਹੈ ਜਿਹੜਾ ਕਿ ਆਸਟ੍ਰੇਲੀਆ ਅੱਜ ਦੇ ਡੇਟ ਵਿੱਚ ਲੋਕਾਂ 'ਚ ਬੜਾ ਪਪੂਲਰ ਹੈ, ਕਿਉਂਕਿ ਉਹਨਾਂ ਨੂੰ ਪਤਾ ਮੇਰਾ ਫਲਾਣਾ ਰਿਸ਼ਤੇਦਾਰ ਜਾਂ ਆਸਟ੍ਰੇਲੀਆ ਟਰੈਕ ਰਿਕਾਰਡ ਇਹੋ ਜਿਹਾ ਰਿਹਾ ਵੀ ਇਹ ਮੈਨੂੰ ਪੱਕਾ ਹੋ ਜਾਣਾ। ਰਣਬੀਰ ਜੀ, ਇੱਥੇ ਜੇਕਰ ਆਪਾਂ ਆਸਟ੍ਰੇਲੀਆ ਦਾ ਟਰੈਕ ਰਿਕਾਰਡ ਪੁਰਾਣਾ ਕੱਢ ਕੇ ਦੇਖ ਲਈਏ, ਆਸਟ੍ਰੇਲੀਆ ਦਾ UK USA ਜਾਂ ਕੈਨੇਡਾ ਵਕਨ ਕੋਈ ਇਤਿਹਾਸ ਨਹੀਂਗਾ ਕਿ ਵੀ ਸਾਡੇ ਜਿਹੜੇ ਉਹ ਪਹਿਲੀ ਪੀੜ੍ਹੀ ਗਈ ਉਹ 80s ਦੇ ਵਿੱਚ ਗਈ, ਜਾਂ ਉਹਦੇ ਬਾਅਦ ਚ ਜਦੋਂ ਇਹ ਆਪਣਾ ਟੈਰਰਿਸਟ ਦਾ ਜਦੋਂ ਹੈਗਾ ਸੀ ਸਾਰਾ ਸਿਸਟਮ ਚੱਲ ਰਿਹਾ ਸੀ ਸਾਡੇ ਪੰਜਾਬ ਦੇ ਵਿੱਚ, ਬੜਾ ਅਨਫੋਰਚੂਨੇਟ ਜਿਹਾ ਟਾਈਮ ਸੀ, ਉਸ ਟਾਈਮ ਦੇ ਉੱਤੇ ਗਈ। ਜਾਂ ਉਸ ਟਾਈਮ ਤੇ ਗਈ ਕਿ ਜਦੋਂ ਦੁਆਬੇ ਦੇ ਵਿੱਚ ਇਹ ਆ ਗਿਆ ਸੀ ਕਿ ਵੀ ਹੁਣ ਪਾਣੀ ਦਾ ਜਿਹੜਾ ਲੈਵਲ ਹੈਗਾ ਉਹ ਆਪਣਾ ਜ਼ਮੀਨ ਦੇ ਲੈਵਲ ਤੋਂ ਬਹੁਤ ਥੱਲੇ ਆ ਔਰ ਵਧੀਆ ਉਪਜਾਊ ਖੇਤੀ ਨਹੀਂ ਸੀ ਹੋ ਰਹੀ। ਉਹ ਸਾਡਾ ਤੀਸਰਾ ਉਹ ਫੈਕਟਰ ਹੈਗਾ ਸੀ ਕਿ ਵੀ ਜਦੋਂ ਇੱਥੋਂ ਸਾਡੇ ਪੰਜਾਬੀ ਗਏ। ਜੇ ਮੈਂ ਆਸਟ੍ਰੇਲੀਆ ਦੀ ਉਹਦੇ ਆਪਾਂ ਗੱਲ ਕਰ ਲਈਏ, ਜੋ ਰੋਹਿਤ ਕਹਿ ਰਿਹਾ ਕਿ ਅੱਜ ਜਿਹੜੇ ਬੰਦੇ ਐਗਜ਼ਾਮਪਲ ਸਟੋਰੀਜ਼ ਉੱਤੇ ਸੈਟਲਡ ਹੈ, ਜਿਹੜਾ ਆਪ ਆਮ ਤੌਰ ਤੇ ਕਹਿੰਦੇ ਮੇਰਾ ਭਰਾ ਉੱਥੇ ਸਿਟੀਜ਼ਨ ਹੈ, ਮੇਰਾ ਅੰਕਲ ਉੱਥੇ ਸਿਟੀਜ਼ਨ ਹੈ, ਉਹ ਕਿਸੇ ਟਾਈਮ ਦੇ ਉੱਤੇ ਬੈਕ ਇਨ 90s ਦੇ ਵਿੱਚ ਕਿ ਵੀ ਉਹ ਕੋਈ ਨਾ ਕੋਈ ਬੰਦਾ ਉੱਥੇ ਐਜ਼ ਅ ਸਟੂਡੈਂਟ ਗਿਆ ਜਾਂ ਉੱਥੇ ਵਿਆਹ ਕੇ ਗਿਆ ਜਾਂ ਹੋਰ ਆਪਣਾ ਕਾਰੋਬਾਰ ਸੈਟਲ ਕਰਨ ਲਈ ਗਿਆ, ਉਹ ਤਦ ਗਏ। ਮਤਲਬ ਜਦੋਂ ਸਾਡੀ ਪਹਿਲੀ ਪੰਜੀਰੀ ਜਦੋਂ ਆਸਟ੍ਰੇਲੀਆ ਵੱਲ ਨੂੰ ਜਾਣੀ ਸ਼ੁਰੂ ਹੋਈ, ਉਹ ਬੈਕ ਇਨ 80s ਨਹੀਂ, ਬੈਕ ਇਨ 90 ਸੀ। ਐਜੂਕੇਸ਼ਨ ਦਾ ਜਿਹੜਾ ਫੈਕਟਰ ਹੈਗਾ ਵਾ ਆਸਟ੍ਰੇਲੀਆ ਦੇ ਵਿੱਚ, ਉਹ ਬਹੁਤ ਵੱਡਾ ਰੋਲ ਉਹਨੇ ਅਦਾ ਕੀਤਾ। ਜਿਹੜੀ ਮੇਜਰ ਜਿਹੜੇ ਬੰਦੇ ਆਸਟ੍ਰੇਲੀਆ ਦੇ ਵਿੱਚ ਉਹ ਨਾਕਾਮਯਾਬ ਹੋਏ, ਉਹੀ ਹੋਏ ਜਦੋਂ 2010 ਦੇ ਵਿੱਚ MODL ਲਿਸਟ ਆਈ ਸੀ, ਜਨਵਰੀ 2010 ਦੇ ਵਿੱਚ, ਐਂਡ ਜਿੰਨੇ ਵੀ ਕੁਕਰੀ ਬੇਕਰੀ ਐਂਡ ਉਹ ਡਿਪਲੋਮੇ ਸੀ ਐਂਡ ਉਹ ਖੱਜਲ ਹੋ ਗਏ। ਹੁਣ ਮੁੱਦਾ ਉੱਥੇ ਆ ਰਿਹਾ ਰਾਜੀ, ਮੈਂ ਤੁਹਾਡੇ ਵੱਲ ਆ ਰਿਹਾ ਜਿਹੜਾ ਮੁੱਦਾ ਹੁਣ ਅਸਲ ਟਰੈਕ ਤੇ ਆ ਕੇ ਬਣਿਆ ਕਿ ਅਸੀਂ ਸ਼ੁਰੂ ਤੋਂ ਗੱਲ ਛੇੜੀ ਸੀ ਕਿ ਵਿਦੇਸ਼ਾਂ 'ਚ ਅਸੀਂ ਕਿਉਂ ਜਾਂਦੇ ਹਾਂ। ਇੰਟਰਸਟ ਜਿਹੜਾ ਹੈਗਾ ਕੋਰਸ ਦੇ ਵਿੱਚ ਜਦੋਂ ਤੱਕ ਨਹੀਂ ਹੈ, ਕੋਰਸ ਨੂੰ ਪੜ੍ਹਾਈ ਪੂਰੀ ਕਰਨ ਦੀ ਮਨਸ਼ਾ ਨਹੀਂ ਹੈ, ਇੱਛਾ ਨਹੀਂ ਹੈ, ਅਸੀਂ ਕਿਸੇ ਵੀ ਤਰ੍ਹਾਂ ਦੀ ਸੋਚ ਲੈ ਕੇ ਚਲੇ ਜਾਈਏ, ਰਿਸ਼ਤੇਦਾਰ ਨੂੰ ਲੈ ਕੇ ਚਲੇ ਜਾਈਏ, ਪੈਸੇ ਨੂੰ ਲੈ ਕੇ ਚਲੇ ਜਾਈਏ, ਫੇਲਰ ਆ। ਜਿਹੜੀ ਕੁੱਕਰੀ ਵਾਲੀ ਇਹਨਾਂ ਨੇ ਗੱਲ ਕੀਤੀ ਹੈ ਉਹ UK 'ਚ ਵੀ ਹੋਇਆ, ਕਈਆਂ ਨੇ ਜਾਣਬੁੱਝ ਕੇ ਜ਼ਿੰਦਗੀ ਖਰਾਬ ਕੀਤੀ ਹੈ, ਕਈਆਂ ਦੀ ਹੋ ਗਈ ਹੈ, ਕਾਲਜ ਗਏ ਗੋਏ ਫੀਸਾਂ ਫਸ ਗਈਆਂ UK 'ਚ। ਰਾਜੀ ਤੁਸੀਂ ਕੁਝ ਕਹਿ ਰਹੇ ਸੀ, ਉਸ ਤੋਂ ਅਗਲਾ ਪੁਆਇੰਟ ਵੀ ਫਿਰ ਮੈਂ ਸਾਂਝਾ ਕਰਨਾ ਚਾਹੂੰਗਾ। ਮੈਂ ਇੱਥੇ ਗੁਰਿੰਦਰ ਭਾਈ ਨਾਲ ਬਿਲਕੁਲ ਸਹਿਮਤ ਇੱਥੇ ਐਡ ਆਨ ਕਰਨਾ ਚਾਹੂੰਗਾ। ਜਦੋਂ ਲੋਕ ਬੈਕ ਇਨ 80s 90s ਵਿੱਚ ਗਏ, ਜਦੋਂ ਪੰਜਾਬ 'ਚ ਮਾਹੌਲ ਖਰਾਬ ਸੀਗੇ, ਉਹਨਾਂ ਨੇ ਜਾ ਕੇ 10-15 ਸਾਲ 20 ਸਾਲ ਮਿਹਨਤਾਂ ਕੀਤੀਆਂ, ਅੱਜ ਉੱਥੇ ਕਿਸੇ ਮੁਕਾਮ ਤੇ ਪਹੁੰਚ ਕੇ ਆਪਣੇ ਆਪ ਨੂੰ ਉਹਨੇ ਸਥਾਪਿਤ ਕੀਤਾ। ਜਦੋਂ ਹੁਣ ਦੇਖਦੇ ਕਿ ਉਹਨਾਂ ਦਾ ਲਿਵਿੰਗ ਸਟਾਈਲ, ਜਦੋਂ ਉੱਥੇ ਇੰਡੀਆ ਸਾਲ ਬਾਅਦ ਗੇੜਾ ਮਾਰਦੇ ਨੇ, ਲਿਵਿੰਗ ਸਟਾਈਲ ਦੇਖਦੇ ਕਿ ਠੀਕ ਹੈ, ਇਹਨਾਂ ਨੇ ਪਿੰਡ ਦੇ ਬਾਹਰ ਵੱਡੀਆਂ ਕੋਠੀਆਂ ਪਾਈਆਂ, ਵੱਡੀਆਂ ਗੱਡੀਆਂ ਇਹਨਾਂ ਕੋਲ, ਸੋ ਉਹਨਾਂ ਦਾ ਲਿਵਿੰਗ ਸਟਾਈਲ ਵੇਖ ਕੇ ਆਪਣੇ ਜਿਹੜੇ ਬੱਚੇ, ਆਪਣੇ ਜਿਹੜਾ ਪੰਜਾਬ ਦੀ ਹੁਣ ਨਵਾਂ ਜਿਹੜੀ ਯੂਥ ਪੀੜ੍ਹੀ ਹੈ, ਇਹ ਅਟਰੈਕਟ ਹੁੰਦੀ ਹੈ। ਮੋਰ ਓਵਰ ਜਿਹੜਾ ਆਪਣਾ ਕਨਵਰਜਨ ਰੇਟ ਹੈ, ਤੁਸੀਂ ਅੱਜ ਜਿਹੜੀ ਡਾਲਰ ਦੀ ਕੀਮਤ 60 ਰੁਪਏ ਆ, 60 ਜਦ ਤੱਕ ਇਹ ਡਾਲਰ ਦੀ ਕੀਮਤ ਜਿਹੜਾ ਕਨਵਰਜਨ ਰੇਟ ਹੈ ਜਦ ਤੱਕ ਬਰਾਬਰ ਨਹੀਂ ਹੁੰਦਾ, ਇਹ ਪ੍ਰਵਾਸ ਚੱਲਦਾ ਹੈ। ਰਾਹੀ ਰਣਵੀਰ, ਮੈਂ ਤੇ ਇੱਕ ਚੀਜ਼ ਕਹਿਣੀ ਚਾਹਾਂਗਾ ਕਿ ਵੀ ਇਹ ਵਾਲਾ ਫੈਕਟਰ ਬਿਲਕੁਲ ਵੈਲਿਡ ਹੈ ਕਿ ਵੀ ਜਦੋਂ ਬਾਹਰੋਂ ਸਾਡੇ ਰਿਸ਼ਤੇਦਾਰ ਜਾਂ ਯਾਰ ਦੋਸਤ ਆਂਦੇ ਹੈ ਜਾਂ ਸ਼ਰੀਕੇ 'ਚ ਹੁੰਦਾ ਉਹ ਫਲਾਣੇ ਦਾ ਮੁੰਡਾ ਆਇਆ, ਦੇਖੋ ਉੱਥੇ ਘਰੇ ਕਿੰਨੇ ਮੇਲੇ ਲੱਗੇ ਆ, ਐਂਡ ਉੱਥੇ ਵੇਖੋ ਜੀ ਉਹਨਾਂ ਨੇ ਗੱਡੀ ਲੈ ਲਈ, ਉਹ ਕੱਪੜੇ ਵੇਖੋ ਜੀ ਬੜੇ ਵਧੀਆ ਪਾ ਰਹੇ ਆ, ਉਹਨਾਂ ਦਾ ਜਿਹੜਾ ਮੁੰਡੇ ਦਾ ਵਿਆਹ ਦੇਖੋ ਜੀ ਕਿੱਡੇ ਵਧੀਆ ਘਰ ਹੋ ਗਿਆ, ਕਿਉਂ ਜੀ ਮੁੰਡੇ ਨੇ ਬਾਹਰੋਂ ਪੈਸੇ ਬਹੁਤ ਭੇਜੇ ਸੀ। ਬੰਦਾ ਕਹਿੰਦਾ ਯਾਰ ਮੇਰੇ 'ਚ ਕੀ ਕਮੀ ਹੈ, ਮੈਂ ਵੀ ਜਾ ਕੇ ਪੈਸੇ ਕਮਾ ਸਕਦਾ। ਯਾਰ ਉਹਨਾਂ ਦਾ ਅੱਜ ਦੇਖ ਲਿਆ ਸੀ ਕਿ ਅੱਜ ਉਹ ਕਿੰਨੇ ਸੈਟਲਡ ਹੈ, ਬਟ ਉਹਨਾਂ ਦੀ ਉਹ 5-7-10 ਸਾਲ ਦੀ ਤਪੱਸਿਆ ਨਹੀਂ ਦੇਖੀ ਕਿ ਵੀ ਉੱਥੇ ਜਾ ਕੇ ਕੀਤਾ ਕੀ ਸੀ। ਔਰ ਮੁੰਡਾ ਉੱਥੇ ਜਾ ਕੇ ਜਦੋਂ ਅੱਜ ਪਹਿਲੇ ਦਿਨ ਪੜ੍ਹਾਈ ਜਿਹਦੀ ਛੱਡਣ ਦੀ ਗੱਲ ਆਪਾਂ ਕਰ ਰਹੇ ਸੀ ਕਿ ਵੀ ਜਦੋਂ ਅੱਜ ਬੰਦਾ ਉੱਥੇ ਲੈਂਡ ਹੁੰਦਾ ਵਾ ਤੇ ਉਹਦਾ ਪਹਿਲਾ ਧਿਆਨ ਇਹ ਹੋ ਜਾਂਦਾ ਕਿ ਯਾਰ ਮੈਂ ਪੈਸੇ ਕਿੱਦਾਂ ਕਮਾਵਾਂ, ਮੈਂ ਉਹ ਮੁੰਡੇ ਵਕਨ ਛੇਤੀ ਤੋਂ ਛੇਤੀ ਕਾਮਯਾਬ ਹੋਵਾਂ। ਇੱਕ ਉਹ ਆਪਣੇ ਅੰਦਰ ਇੱਕ ਫਾਇਰ ਹੁੰਦੀ ਹੈ ਹਰ ਇੱਕ ਬੰਦੇ ਦੇ, ਜੇ ਉਹਨੇ 10 ਸਾਲ 'ਚ ਕੀਤਾ ਤਾਂ ਮੈਂ ਸਾਲ 'ਚ। ਮੈਨੂੰ ਲੱਗਦਾ ਕਿ ਸਾਡੀ ਇੰਡਸਟਰੀ, ਚਾਹੇ ਮੀਡੀਆ ਸ਼ਾਮਲ ਹੈ ਉਹਦੇ ਵਿੱਚ, ਚਾਹੇ ਸਾਡੇ ਇਮੀਗ੍ਰੇਸ਼ਨ ਇੰਡਸਟਰੀ ਸ਼ਾਮਲ ਹੈ, ਕਿ ਅਸੀਂ ਵਿਦਿਆਰਥੀਆਂ ਨੂੰ ਮੈਂਟਲੀ ਪ੍ਰਪੇਅਰ ਹੀ ਨਹੀਂ ਕਰ ਰਹੇ। ਅਸੀਂ ਵੀਜ਼ਾ ਗਾਈਡੈਂਸ ਦੇ ਰਹੇ, ਅਸੀਂ ਪ੍ਰੋਫੈਸ਼ਨਲ ਗਾਈਡੈਂਸ ਤਾਂ ਦੇ ਹੀ ਨਹੀਂ ਰਹੇ, ਕਰੀਅਰ ਕਾਉਂਸਲਿੰਗ ਹੀ ਨਹੀਂ ਦੇ ਰਹੇ। ESS ਗਲੋਬਲ ਤੋਂ ਔਰ ਤੁਹਾਡੇ ਸਦਕੇ ਦੇਸ਼ ਪ੍ਰਦੇਸ਼ ਦੇ ਮੰਚ ਤੋਂ 1 ਦਸੰਬਰ ਤੋਂ ਇਹੀ ਵਾਲੀ ਅਵੇਅਰਨੈਸ ਚਲਾਈ ਜਾ ਰਹੀ ਹੈ ਕਿ ਕੱਲਾ ਵੀਜ਼ਾ ਨਹੀਂ, ਕੱਲਾ ਵੀਜ਼ਾ ਨਹੀਂ, ਵੀਜ਼ੇ ਤੋਂ ਬਾਅਦ ਮੈਂ ਬਾਹਰ ਜਾਵਾਂਗਾ, ਕਾਮਯਾਬ ਹੋਵਾਂਗਾ, ਕਿਵੇਂ ਕਾਮਯਾਬ ਹੋਏਗਾ, ਮੈਂ ਬਾਹਰ ਜਾ ਕੇ ਪੜਾਂਗਾ, ਕੀ ਪੜੇਗਾ, ਮੈਂ BSc ਕਰੂੰਗਾ, ਕਿਹੜੀ BSc ਕਰੇਗਾ, ਇਹ ਕਰਾਂਗਾ। ਅੱਛਾ ਇਹਦੇ ਕੋਰਸ ਕੰਟੈਂਟ ਕੀ ਹੈ, ਤੈਨੂੰ ਪਤਾ ਕਿ ਕਿੰਨੇ ਸਬਜੈਕਟ ਪੜਾਏ ਜਾਣਗੇ ਸਮੈਸਟਰ, ਔਰ ਜੇ ਤੂੰ ਇੱਕ ਸਮੈਸਟਰ 'ਚ ਫੇਲ ਹੋ ਜਾਏਗਾ ਕੀ ਤੂੰ ਅਗਲੇ ਸਮੈਸਟਰ 'ਚ ਪੂਰਾ ਕਰ ਸਕਦਾ, ਜਿੱਦਾਂ ਇੰਡੀਆ ਦੇ ਵਿੱਚ ਹੁੰਦਾ ਜੇ 2 'ਚੋਂ ਫੇਲ ਹੋਗਾ। ਇੱਥੋਂ ਤੱਕ ਤੇ ਜਾਂਦੇ ਹੀ ਨਹੀਂ ਲੋਕ। ਇਹਦੇ ਅਸੀਂ TV ਦੇ ਉੱਤੇ
ਜਦੋਂ ਤੁਹਾਡੀ ਮੇਰੀ ਡਿਸਕਸ਼ਨ ਹੋਈ ਸੀ ਕਿ ਵੀ ਲੋਕਾਂ ਵੱਲੋਂ ਨਹੀਂ ਕੀਤੀ ਜਾ ਰਹੀ ਕਿ ਗੁਰਿੰਦਰ ਅਸੀਂ ਇਹ ਵਾਲੀ ਚੀਜ਼ ਦਾ ਇੱਕ ਉਪਰਾਲਾ ਕਰੀਏ ਕਿ ਅਸੀਂ ਇੰਨੀ ਕਿ ਜ਼ਿਆਦਾ ਹਾਰਡ ਵਰਕ ਕਰਕੇ ਅੱਜ ਉਹ ਚੀਜ਼ ਪੂਰੀ ਕਰਕੇ ਦਿੱਤੀ ਹੈ। ਜਿਹੜੀ ਰਾਹੀ ਇਹਨਾਂ ਦਾ ਸਟੇਟਮੈਂਟ ਸੀ ਗੁਰਿੰਦਰ ਜੀ ਇਹਨਾਂ ਦੀ ਕਿ ਅਸੀਂ 5-7 ਹਜ਼ਾਰ ਰੁਪਏ ਤੇ ਇੱਥੇ ਮੈਕਡੋਨਲਡ ਦੇ ਵਿੱਚ ਕੰਮ ਨਹੀਂ ਕਰਦੇ, ਸ਼ੁਰੂਆਤ ਨਹੀਂ ਕਰਦੇ, ਵਿਦੇਸ਼ਾਂ 'ਚ ਕਰ ਲੈਂਦੇ ਆ। ਉਸ ਚੀਜ਼ ਨੂੰ ਅਸੀਂ ਦੂਜੇ ਪਾਸੇ ਲੈ ਕੇ ਚੱਲਦੇ ਹਾਂ। ਹੁਣ ਜਿਹੜੇ ਵਿਦਿਆਰਥੀ ਤੁਹਾਡੇ ਕੋਲ ਆਉਂਦੇ ਨੇ, ਗੁਰਿੰਦਰ ਜੀ ਕੋਲ ਆਉਂਦੇ ਨੇ, ਰੋਹਿਤ ਜੀ ਕੋਲ ਆਉਂਦੇ ਨੇ ਜਾਂ ਤੁਹਾਡੇ ਕੋਲ ਆਉਂਦੇ ਨੇ, ਜਿਨ੍ਹਾਂ ਦਾ 4-5 ਸਾਲ ਦਾ ਤਜਰਬਾ, ਜਿਹਨੂੰ ਅਸੀਂ ਕਹਿੰਦੇ ਹੁੰਦੇ ਕਿ ਤੁਹਾਡਾ ਗੈਪ ਨਹੀਂ ਤਜਰਬਾ ਹੈ, ਉਹ ਇੰਨੀ ਮਿਹਨਤ ਕਰਕੇ ਜਦੋਂ ਸਕਸੈਸ ਨਹੀਂ ਹੋ ਰਿਹਾ ਫੇਰ ਹੀ ਤੁਰਦਾ ਬਾਹਰ ਨੂੰ। ਬਿਲਕੁਲ ਜੀ, ਜਿਵੇਂ ਪਹਿਲਾਂ ਹੁਣ ਦੱਸ ਕੇ ਹਟਿਆ ਕਿ ਉਹਨੇ ਲਾ ਲਏ 5-7 ਹਜ਼ਾਰ ਰੁਪਏ ਦੇ 5 ਸਾਲ ਲਾ ਲਏ। ਠੀਕ ਹੈ ਉਹ ਬੰਦੇ ਨੂੰ ਪਤਾ ਹੈ ਸਟਰਗਲ ਕੀਤੀ, ਉਹ ਬੰਦੇ ਨੂੰ ਪਤਾ ਕਿ ਹੁਣ ਮੈਂ ਅੱਗੇ ਜਾ ਕੇ ਕੀ ਕਰਨਾ ਹੈ। ਦੇਖੋ ਮੈਂ ਭਾਈ ਨਾਲ ਗੱਲ ਐਡ ਨੂੰ ਕਰਨਾ ਚਾਹੂੰਗਾ ਕਿ ਜਦ ਤੱਕ ਇਹ 60 ਦਾ ਜਿਹੜਾ ਡਿਫਰੈਂਸ ਆ ਇੱਕ ਦੇ ਬਰਾਬਰ ਨਹੀਂ ਹੋਣਾ ਨਾ, ਜਦ ਤੱਕ ਕਨਵਰਜਨ ਰੇਟ ਬਰਾਬਰ ਨਹੀਂ ਹੋਏਗਾ, ਤਦ ਤੱਕ ਇਹ ਜਿਹੜੀ ਹੋੜ ਆ ਜਾਂ ਲਾਲਚ ਲਾ ਲਓ ਜਾਂ ਆਪਣਾ ਇੱਕ ਮੋਟਿਵ ਲਾ ਲਓ ਸਕਸੈਸ ਸਟੋਰੀ ਦੇਖ ਕੇ, ਇਹ ਆਮ ਤੌਰ ਤੇ ਨਵੀਂ ਜੋ ਨੌਜਵਾਨ ਪੀੜ੍ਹੀ ਨੂੰ ਅਟਰੈਕਟ ਕਰਦਾ ਰਹੇਗਾ। ਜਿੱਥੋਂ ਤੁਹਾਡੇ ਗੈਪ ਦੀ ਗੱਲ ਕਰ ਰਹੇ ਹੋ, ਠੀਕ ਆ, ਬੱਚਾ ਇੱਥੇ ਸਿਸਟਮ ਨੂੰ ਕੁਛ ਪਤਾ ਕਿ ਹਰ ਇੱਕ ਬੰਦੇ ਦੀ ਆਪਣੀ ਲਾਈਫ 'ਚ ਪ੍ਰਾਇੋਰਟੀਜ਼ ਹੁੰਦੀਆਂ ਕਿ ਮੈਂ ਜ਼ਿੰਦਗੀ 'ਚ ਕਰਨਾ ਕੀ ਚਾਹੁੰਦਾ। ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਆਪਣੇ ਆਪਣੇ ਆਬਜੈਕਟਿਵ ਹੁੰਦੇ ਨੇ। ਸੋ ਉਹ ਬੰਦਾ ਜਦੋਂ ਇੱਥੇ ਅੱਜ ਕਿਸੇ ਬੱਚੇ ਨੇ ਗ੍ਰੈਜੂਏਸ਼ਨ ਕਰ ਲਈ, 4-5 ਸਾਲ ਦਾ ਐਕਸਪੀਰੀਅੰਸ ਵੀ ਲੈ ਲਿਆ, ਉਹ ਬੰਦਾ ਦੇਖ ਰਿਹਾ ਯਾਰ ਇੱਥੇ ਮੈਂ 15-20 ਤੋਂ ਉੱਪਰ ਵਧ ਨਹੀਂ ਰਿਹਾ। ਮੇਰੇ ਚਾਚੇ ਦਾ ਮੁੰਡਾ ਮੇਰੇ ਤੋਂ ਛੋਟਾ 12ਵੀਂ ਪਾਸ ਕਰਕੇ ਅੱਜ ਕੈਨੇਡਾ ਚਲ ਗਿਆ, 3 ਸਾਲ ਬਾਅਦ ਉੱਥੇ ਪੱਕਾ ਹੋ ਗਿਆ, ਅੱਜ ਮਹੀਨੇ ਦਾ ਘੱਟੋ ਘੱਟ ਲੱਖ ਰੁਪਏ ਘਰ ਭੇਜ ਰਿਹਾ, ਚਾਹੇ 50,000 ਭੇਜਦਾ ਹੋਵੇ। ਸੋ ਉਹ ਜਿਹੜੀ ਸਕਸੈਸ ਸਟੋਰੀਜ਼ ਆ, ਉਹ ਜਦੋਂ ਕਿਸੇ ਵਾਰ ਦੇਖਦਾ ਕਿ ਮੈਂ ਇੱਥੇ ਜਾ ਕੇ ਕੁਝ ਨਹੀਂ ਕਰ ਪਾ ਰਿਹਾ, ਮੇਰੇ ਤੋਂ ਛੋਟਾ ਬੰਦਾ ਮੇਰਾ ਕਜ਼ਨ ਪੜਦਾ ਉੱਥੇ ਜਾ ਕੇ ਆਹ ਚੀਜ਼ ਕਰ ਰਿਹਾ, ਆਹ ਚੀਜ਼ਾਂ ਬੰਦੇ ਨੂੰ ਬਾਹਰ ਜਾਣ ਲਈ ਅਟਰੈਕਟ ਕਰਦੀ ਰਹਿਣਗੀਆਂ। ਤੁਹਾਡੀ ਗੱਲ ਬਿਲਕੁਲ ਸਹਿਮਤ ਆ। ਕੁਛ ਇੱਕ ਸਿਸਟਮ ਇੱਥੇ ਦੇਖੋ, ਸਿਸਟਮ ਆਪਾਂ ਹੀ ਬਣਾਉਂਦੇ ਆ, ਕੋਈ ਸਿਸਟਮ ਕੋਈ ਸਰਕਾਰ ਕੋਈ ਨਹੀਂ ਬਣਾਉਂਦਾ, ਇਹ ਬੰਦਾ ਹੀ ਸ਼ੁਰੂ ਕਰਦਾ ਹੈ। ਇੱਕ ਬੰਦਾ ਸਿਸਟਮ ਸ਼ੁਰੂ ਕਰੇਗਾ ਤਾਂ ਅੱਗੇ ਤੱਕ ਲੈਵਲ ਤੱਕ ਜਾਂਦੀ ਗੱਲ। ਸੋ ਜਦ ਤੱਕ ਅਸੀਂ ਆਪ ਆਪਣੇ ਘਰ ਤੋਂ ਇਹ ਹੋਕਾਂ ਨਾਲ ਸ਼ੁਰੂ ਕਰਾਂਗੇ, ਤਦ ਤੱਕ ਸਾਨੂੰ ਇਹ ਚੀਜ਼ਾਂ ਦਾ ਖਮਿਆਜ਼ਾ ਭੁਗਤਣਾ ਇਹ ਚੇਟਕ ਇਕੱਲੇ ਵਿਦਿਆਰਥੀਆਂ 'ਚ ਨਹੀਂ, ਯੂਥ 'ਚ ਨਹੀਂ ਹੈ। ਇੱਕ ਗੀਤ ਸਾਨੂੰ ਇਸ ਚੀਜ਼ ਦਾ ਇਲਮ ਕਰਵਾ ਰਿਹਾ, ਨਛੱਤਰ ਗਿੱਲ ਉਹਨਾਂ ਦਾ ਗੀਤ ਹੈ, ਸਾਰਿਆਂ ਨੇ ਸ਼ਾਇਦ ਤੁਸੀਂ ਸੁਣਿਆ ਹੋਊਗਾ ਕਿ ਤੂੰ ਹੀ ਸੈਂ ਬਹੁਤੀ ਕਾਲੀ ਨਹੀਂ, ਇੱਕ ਤੋਂ ਬਣਦੇ 40 ਨੂੰ, ਤੇ ਡਾਲਰ ਦਾ ਰੇਟ 40 ਹੁੰਦਾ ਸੀ। ਅੱਜ ਗੋਰਿਆਂ ਨੇ ਇੱਕ ਸਰਦਾਰ ਨਹੀਂ ਬੇਰੀਆਂ ਤੋੜਨ ਲਾ ਲਈ ਨਹੀਂ। ਉਹ ਜਿਹੜਾ ਉਧਰ ਦਾ ਪ੍ਰਵਾਸ ਹੈ, ਪ੍ਰਵਾਸ ਦੇ ਵਿੱਚ ਕੰਮਕਾਰ ਨੇ, ਬੇਰੀਆਂ ਤੋੜਨੇ ਜਾਂ ਹੋਰ ਤਰ੍ਹਾਂ ਦਾ ਜਿਹੜਾ ਕੰਮ ਕਰਨਾ, ਉਹ ਅੱਜ ਸਾਡੇ ਕੋਲ ਪਹੁੰਚ ਚੁੱਕਿਆ। ਉਸ ਕਲਚਰ ਨੂੰ ਅਸੀਂ ਐਕਸੈਪਟ ਕਰਦੇ ਹਾਂ ਕਿ ਮੈਂ ਉੱਥੇ ਜਾ ਕੇ ਇਸ ਤਰ੍ਹਾਂ ਦੇ ਕੰਮ ਕਰੂੰਗਾ। ਸ਼ੋ ਜਿਹੜਾ ਹੈਗਾ ਅੱਗੇ ਨਹੀਂ ਦੇ ਰਿਹਾ, ਟਾਈਮ ਅੱਗੇ ਨਹੀਂ ਦੇ ਰਿਹਾ, ਅੱਗੇ ਵਧਾਈਏ। ਬਟ ਸਭ ਤੋਂ ਵੱਡਾ ਜਿਹੜਾ ਮਸਲਾ ਉਹ ਰਹਿ ਗਿਆ, ਇਹਨੂੰ ਕੰਟੀਨਿਊ ਕਰਾਂਗੇ ਇਸੇ ਸੈੱਟ ਦੇ ਉੱਪਰ, ਇਹੀ ਐਕਸਪਰਟਸ, ਇਹਨਾਂ ਹੀ ਕੱਪੜਿਆਂ ਦੇ ਨਾਲ, ਇਸੇ ਹੀ ਫਲੋ ਦੇ ਵਿੱਚ। ਹੁਣ ਮੁੱਦਾ ਇਹ ਖੜਾ ਹੋ ਜਾਂਦਾ ਹੈ ਕਿ ਅਸੀਂ ਕਿਸੇ ਵੀ ਢੰਗ ਦੇ ਨਾਲ ਜਾਂ ਕਿਸੇ ਵੀ ਕਾਰਨ ਵਿਦੇਸ਼ ਨੂੰ ਜਾਣ ਦੇ ਇੱਕ ਮਨ ਬਣਾ ਲਿਆ, ਜਿਹੜਾ ਸਾਰੇ ਸਾਡੇ ਐਕਸਪਰਟਸ ਨੇ ਦੱਸਿਆ ਕਿ ਅਸੀਂ ਟੈਕਨੀਕਲੀ ਜਾਣਦੇ ਹਾਂ, ਕਿ ਅਸੀਂ PR ਨੂੰ ਹਾਸਲ ਕਰਨ ਦੇ ਤਰੀਕਿਆਂ ਨੂੰ ਗਾਈਡ ਕਰਦੇ ਹਾਂ, ਕਿ ਅਸੀਂ ਕੈਰੀਅਰ ਕਾਉਂਸਲਿੰਗ ਲੈ ਕੇ ਜਾ ਰਹੇ ਹਾਂ, ਕਿ ਅਸੀਂ ਪੰਜਾਬ ਦੇ ਵਿੱਚ TV ਜਾਂ ਅਖਬਾਰਾਂ ਦੇ ਵਿੱਚ ਲੱਗ ਰਹੀਆਂ ਇਸ਼ਤਿਹਾਰਬਾਜ਼ੀਆਂ ਦੇ ਮੋਹਿਤ ਹੋ ਕੇ ਉਹਨਾਂ ਦੇ ਪਿੱਛੇ ਅਟਰੈਕਟ ਹੋ ਕੇ ਵਿਦੇਸ਼ਾਂ 'ਚ ਜਾ ਰਹੇ ਹਾਂ, ਜਾਂ ਸਾਨੂੰ ਅੱਜ ਜ਼ਰੂਰਤ ਹੈ, ਜਿਹੜੀ ਕਿ ਅਸੀਂ ਵੱਖ-ਵੱਖ ਸ਼ੋਅ 'ਚ ਦੱਸੀ ਸੀ। ਆਸਟ੍ਰੇਲੀਆ ਬਾਰੇ ਦੱਸਿਆ ਸੀ, ਅੱਜ ਹੜ ਆਇਆ ਹੈ ਆਸਟ੍ਰੇਲੀਆ ਜਾਣ ਵਾਲੇ ਦਾ। ਕੀ ਸਭ ਨੂੰ ਪਤਾ ਹੈ ਕਿ ਇਸ ਚੀਜ਼ ਦਾ ਕਿ ਜਦੋਂ PSW ਮਿਲਣੀ ਹੈ 6 ਬੈਂਡ ਤੁਹਾਨੂੰ ਰਿਕੁਆਇਰਮੈਂਟ ਹੋਊਗੀ। ਅਗਲੇ ਸ਼ੋਅ 'ਚ ਅਸੀਂ ਟੈਕਨੀਕਲ ਚੀਜ਼ਾਂ ਦੱਸਾਂਗੇ, ਨਿਊਜ਼ੀਲੈਂਡ, ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਕਿਹੜੀਆਂ ਦਿੱਕਤਾਂ ਆਉਣਗੀਆਂ। ਜਿਹੜਾ ਵਿਦਿਆਰਥੀ ਅੱਖਾਂ ਬੰਦ ਕਰਕੇ ਹਰ ਤਰ੍ਹਾਂ ਦੇ ਕਾਲਜ ਕੋਰਸ ਐਕਸੈਪਟ ਕਰ ਰਿਹਾ, ਹਰ ਇੱਕ ਕੰਸਲਟੈਂਟਸ ਦੇ ਕੋਲ ਫਾਈਲ ਲਾ ਰਿਹਾ ਕਿ ਕੋਈ ਦਿੱਕਤ ਨਹੀਂ, ਕਿ ਵੀਜ਼ਾ ਮਿਲ ਜੇ, ਉਹਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦਾ ਭੁਚਾਲ ਆ ਸਕਦਾ। ਬਹੁਤ ਅਹਿਮ ਸਵਾਲ ਅਗਲੇ ਸ਼ੋਅ ਦੇ ਵਿੱਚ। ਆਸਟ੍ਰੇਲੀਆ ਦੀ ਸਟੱਡੀ ਲਈ ਦੇਰੀ ਕਿਉਂ? ਉੱਠੋ ਤੇ ਕਾਲ ਕਰੋ ESS ਗਲੋਬਲ ਨੂੰ ਤੇ ਪਾਓ ਵੀਜ਼ਾ ਸਮੇਤ ਪੂਰੀ ਕੈਰੀਅਰ ਕਾਉਂਸਲਿੰਗ ਦੀ ਜਾਣਕਾਰੀ। ਵਿਦੇਸ਼ ਜਾਣ ਦੇ ਤੁਹਾਡੇ ਸੁਪਨੇ ਪੂਰੇ ਕਰੇਗੀ ਸਾਡੀ ਐਕਸਪਰਟ ਟੀਮ। ਕੰਟੈਕਟ ESS Global 9988350111।